ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਲਏ ਜਾ ਰਹੇ ਫੈਸਲਿਆਂ ਉੱਪਰ ਤਿੱਖੇ ਸਵਾਲ ਖੜੇ ਕਰਦਿਆਂ ਗੁਰਮੀਤ ਸਿੰਘ ਜੰਮੂ ਨੇ ਹਾਲ ਹੀ ਵਿੱਚ ਕੇਂਦਰ ਵੱਲੋਂ ਜੰਮੂ ਕਸ਼ਮੀਰ ਵਿੱਚ ਸ਼ਰਾਬ ਦੇ ਕਾਰੋਬਾਰ ਨੂੰ ਹੁਲਾਰਾ ਦੇਣ ਲਈ ਵਾਈਨ ਸ਼ਾਪ ਖੋਲ੍ਹਣ ਦੇ ਫੈਸਲੇ ਦੀ ਸਖਤ ਲਹਿਜੇ ਵਿੱਚ ਨਿੰਦਾ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਫੈਸਲਾ ਕੀਤਾ ਕਿ ਜੰਮੂ ਕਸ਼ਮੀਰ ਵਿੱਚ 183 ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਜਾਣਗੀਆਂ। ਇਸ ਫੈਸਲੇ ਤਹਿਤ ਜੰਮੂ ਵਿੱਚ 116 ਅਤੇ ਕਸ਼ਮੀਰ ਵਿੱਚ 67 ਦੁਕਾਨਾਂ ਖੋਲ੍ਹੀਆਂ ਜਾਣੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਦਾ ਸਖਤ ਵਿਰੋਧ ਕਰਦੇ ਹਾਂ, ਇਹ ਬੇहद ਗਲਤ ਹੈ। ਨਾਲ ਹੀ ਉਹਨਾਂ ਨੇ ਕੇਂਦਰ ਦੀ ਬੀਜੇਪੀ ਸਰਕਾਰ ਦੀ ਨੀਅਤ ਅਤੇ ਨੀਤੀ ਨੂੰ ਲੈ ਕੇ ਕੁਝ ਸੰਜੀਦਾ ਤੇ ਤਿੱਖੇ ਸਵਾਲ ਪੁੱਛੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, मैं ਅੱਜ ਕਿਸੇ ਖਾਸ ਮਕਸਦ ਦੇ ਵਾਸਤੇ ਆਪ ਜੀ ਦੇ ਨਾਲ ਫੇਸਬੁੱਕ ਤੋਂ ਲਾਈਵ ਹੋਇਆ। ਕੁਝ ਅੱਜ ਦਾ ਮੁੱਦਾ ਹੀ ਐਸਾ ਸੀ, ਜਦੋਂ ਪੜ੍ਹਿਆ ਅਖਬਾਰ ਦੇ ਵਿੱਚ ਤੇ ਰਿਹਾ ਨਹੀਂ ਗਿਆ ਕਿ ਆਪ ਜੀ ਦੇ ਨਾਲ ਲਾਈਵ ਹੋ ਕੇ ਵਿਚਾਰਾਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਜਾਣ। ਖਬਰ ਪੜ੍ਹ ਰਿਹਾ ਸਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਯੂਟੀ ਬਣਨ ਤੋਂ ਬਾਅਦ ਸੈਂਟਰ ਗਵਰਨਮੈਂਟ ਨੇ ਇੱਕ ਆਰਡਰ ਕੱਢਿਆ ਕਿ 183 ਵਾਈਨ ਸ਼ਾਪ ਜਿਹੜੀਆਂ ਸ਼ਰਾਬ ਦੀਆਂ ਦੁਕਾਨਾਂ ਨੇ ਉਹ ਜੰਮੂ ਕਸ਼ਮੀਰ ਦੇ ਵਿੱਚ ਹੋਰ ਖੋਲ੍ਹੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ 116 ਦੁਕਾਨਾਂ ਜਿਹੜੀਆਂ ਨੇ ਉਹ ਜੰਮੂ ਦੇ ਵਿੱਚ ਤੇ 67 ਦੁਕਾਨਾਂ ਜਿਹੜੀਆਂ ਨੇ ਉਹ ਕਸ਼ਮੀਰ ਦੇ ਵਿੱਚ ਵਾਈਨ ਸ਼ਾਪ ਦੀਆਂ ਖੋਲ੍ਹੀਆਂ ਜਾਣਗੀਆਂ, ਸ਼ਰਾਬ ਦੀਆਂ ਦੁਕਾਨਾਂ। ਬੜੀ ਹੈਰਾਨਗੀ ਹੋਈ ਕਿ ਕਿਸ ਤਰੀਕੇ ਦਾ ਜਿਹੜਾ ਤੋਹਫਾ ਹੈ ਉਹ ਯੂਟੀ ਬਣਨ ਤੋਂ ਬਾਅਦ ਸੈਂਟਰ ਗਵਰਨਮੈਂਟ ਵੱਲੋਂ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਇਲੈਕਸ਼ਨ ਤੋਂ ਪਹਿਲੇ ਬੜੇ ਵਾਅਦੇ ਕੀਤੇ ਗਏ ਕਿ ਜੰਮੂ ਦੇ ਨਾਲ ਭੇਦਭਾਵ ਹੁੰਦਾ ਹੈ, ਜੰਮੂ ਦੇ ਨੌਜਵਾਨ ਨਾਲ ਵਿਤਕਰੇ ਹੋ ਰਹੇ ਨੇ, ਇੱਥੇ ਦੇ ਹੱਕਾਂ ਨੂੰ ਜਿਹੜਾ ਹੈ ਉਹ ਦੱਬਿਆ ਜਾ ਰਿਹਾ ਹੈ। परंतु सरकार बनने तो बाद जो पहले बाप बेटा बाप बेटी किया गया, बाप बेटी के नाल मिलकर सरकार भी बना लई, ये वादे किते जम्मू दे विचों एक मुख्यमंत्री ले बनेगा, वो भी कुछ नहीं होया। यूटी बनी ते जम्मू दे विच नौजवानों के जिहड़े हक ने नौकरियां दे वो भी घटे, उन्हां दे विच भी कोई इजाफा नहीं होया। बेरोज़गारी वधी, होर जिहड़े जम्मू के हक ने वो भी हाले कोई दिखाई नहीं दे रहे। सेंटर गौरमेंट के वलों जगह जगह के उत्ते टोल प्लाजे जिहड़े ने वो लगा के जनता के उत्ते ज़्यादा वाधू बोझ जिहड़ा सी वो पा दिता गया। हुण इह नवां फैसला कि इत्थे वाइन शाप जड़ियां ने शराब दीयां दुकानां 183 दुकानां जम्मू कश्मीर दे विच खोलियां जाणगीआं, जिन्हां विचों सिर्फ 116 दुकानां जड़ियां ने वो जम्मू दे विच खोलियां जाणगीआं शराब दीयां वाइन शाप। जद कि असीं गल करिए कि बाहरी राज्यां दे मुकाबले दे विच साडा जम्मू कश्मीर जिहड़ा है ये स्टेट जड़ी है ये कई गुना बेहतर है। नशे दे पक्षों अगर देख लईए, क्राइम दे पक्षों असीं देख लईए, क्राइम रेशो जिहड़ी है वो बाहरी राज्यां दे तुलना दे विच जम्मू दे विच बहुत घट है। बाहरी राज्यां विच असीं देखदे हां जिस तरह हुण दिल्ली दे विच 2012 विच निर्भया कतलकांड होया सी बलात्कार दा, ते जिहदे 4 दोषियां नूं हुण थोड़ा समा पहला फांसी दित्ती गई। वो 4 दोषी जिन्हां नूं फांसी दित्ती गई, एक ने फाह लगा लिया, वो सारे दोषी शराब के नशे दे विच सन। ते शराब जिहड़ी है ये नशे की जन्मदाती है, तो किसी भी नशे की शुरुआत हमेशा शराब तो हुंदी है। ते ये सरकार जम्मू कश्मीर दे विच जिथे क्राइम रेशो घट है उत्थे ये शराब के ठेके खोल के, शराब दीयां दुकानां खोल के उस नूं नशे नूं प्रमोट कर रही है अपना रेवन्यू इकट्ठा करने वास्ते। ते जम्मू कश्मीर की नौजवानी नाल, जम्मू कश्मीर की पब्लिक दे नाल, उसदियां भावनावां दे नाल खेड रही है। कि यही तरीका रह गया
ਇਸ ਭਾਜਪਾ ਸਰਕਾਰ ਨੂੰ, ਸੈਂਟਰ ਗੌਰਮੈਂਟ ਨੂੰ, ਸਟੇਟ ਦੇ ਵਿੱਚ ਜਿਹੜੇ ਉਹਨਾਂ ਦੇ ਐਲਜੀ ਬੈਠੇ ਹੋਏ ਨੇ, ਇਹਨਾਂ ਦੇ ਕੋਲ ਇਹੀ ਤਰੀਕਾ ਰਹਿ ਗਿਆ ਪੈਸੇ ਇਕੱਠੇ ਕਰਨ ਦਾ। ਹੋਰ ਕੋਈ ਤਰੀਕਾ ਢੰਗ ਨਹੀਂ ਹੈ। ਜੰਮੂ, ਜਿਸ ਨੂੰ ਇਹ ਮੰਦਰਾਂ ਦਾ ਸ਼ਹਿਰ ਕਹਿੰਦੇ ਸਨ, ਉੱਥੇ 116 ਵਾਈਨ ਸ਼ਾਪਾਂ ਖੋਲੀਆਂ ਜਾਣਗੀਆਂ। ਜੰਮੂ ਦੇ ਵਿੱਚ ਜਿੱਥੇ ਸਾਰੇ ਧਰਮਾਂ ਦੇ ਲੋਕ, ਸਿੱਖ, ਹਿੰਦੂ, ਮੁਸਲਮ, ਈਸਾਈ ਸਾਰੇ ਮਿਲ ਕੇ ਆਪਸ ਵਿੱਚ ਭਾਈਚਾਰਕ ਸਾਂਝ ਦੇ ਨਾਲ ਰਹਿ ਰਹੇ ਨੇ, ਕਿਉਂ ਉਸ ਨੂੰ ਇਹ ਡਿਵਾਈਡ ਕਰਨਾ ਚਾਹੁੰਦੇ ਨੇ, ਤੋੜਨਾ ਚਾਹੁੰਦੇ ਨੇ? ਕਿਉਂ ਨੌਜਵਾਨੀ ਨੂੰ, ਆਉਣ ਵਾਲੀ ਪਨੀਰੀ ਨੂੰ ਵਿਰਾਸਤ ਦੇ ਵਿੱਚ ਇਹ ਉਹ ਨਸ਼ਾ ਜਿਹੜਾ ਉਹ ਦੇਣਾ ਚਾਹੁੰਦੇ ਨੇ, ਵੰਡਣਾ ਚਾਹੁੰਦੇ ਨੇ? ਮੈਂ ਅਰਜ਼ ਕੀਤੀ ਹੈ ਕਿ ਕਿਸੇ ਵੀ ਵੱਡੇ ਨਸ਼ੇ ਦੀ ਸ਼ੁਰੂਆਤ ਹਮੇਸ਼ਾ ਸ਼ਰਾਬ ਤੋਂ ਹੁੰਦੀ ਹੈ। ਨਿਰਭਇਆ ਦੇ ਕਾਤਲਾਂ ਦੀ ਗੱਲ ਮੈਂ ਆਪ ਜੀ ਨਾਲ ਕੀਤੀ ਕਿ ਸ਼ਰਾਬ ਦੇ ਨਸ਼ੇ ਵਿੱਚ ਸਨ। ਇੱਕ ਹੋਰ, ਅੱਜ ਤੋਂ ਕੁਝ ਮਹੀਨੇ ਪਹਿਲੇ ਪ੍ਰਿਯੰਕਾ ਰੈਡੀ, ਇੱਕ ਜਿਹੜੀ ਲੇਡੀ ਡਾਕਟਰ ਸੀ, ਉਸ ਦੇ ਨਾਲ ਰਾਤ ਨੂੰ ਕੁਝ ਲੋਕਾਂ ਨੇ ਬਲਾਤਕਾਰ ਕਰਕੇ ਉਸ ਦੀ ਹੱਤਿਆ ਕਰਕੇ ਤੇ ਪੈਟਰੋਲ ਛਿੜ ਕੇ ਉਸ ਨੂੰ ਅੱਗ ਲਗਾ ਕੇ ਸਾੜ ਦਿੱਤਾ। ਬਾਅਦ ਦੇ ਪੁਲਿਸ ਇਨਕਾਊਂਟਰ ਦੇ ਵਿੱਚੋਂ ਮੁਜਰਮ ਮਾਰੇ ਗਏ। ਉਹ ਵੀ ਸ਼ਰਾਬ ਦੇ ਨਸ਼ੇ ਦੇ ਵਿੱਚ ਹੀ ਸਨ। ਹੁਣ ਜੰਮੂ ਕਸ਼ਮੀਰ ਨੂੰ ਅਗਰ ਦੇਖੀਏ ਤਾਂ ਸਾਡਾ ਇਹ ਜੰਮੂ, ਖਾਸ ਕਰਕੇ ਜੰਮੂ, ਇਸ ਗੱਲ ਤੋਂ ਸੁਰੱਖਿਅਤ ਹੈ ਕਿ ਇੱਥੇ ਐਸੀ ਕੋਈ ਘਟਨਾ ਨਹੀਂ। ਸਾਡੀਆਂ ਬੱਚੀਆਂ, ਸਾਡੀਆਂ ਭੈਣਾਂ, ਨੌਜਵਾਨ, ਸਾਡੀਆਂ ਬੇਟੀਆਂ ਜਿਹੜੀਆਂ ਨੇ ਉਹ ਸੁਰੱਖਿਅਤ ਨੇ। ਅਗਰ ਟਾਈਮ ਬੇ ਟਾਈਮ ਆਉਣਗੀਆਂ ਵੀ ਤੇ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈ, ਕਿਉਂਕਿ ਕ੍ਰਾਈਮ ਰੇਸ਼ੋ ਘੱਟ ਹੈ। ਪਰੰਤੂ ਠੇਕੇ ਖੁੱਲਣ ਦੇ ਨਾਲ, ਸ਼ਰਾਬਾਂ ਦੇ ਵਾਧੂ ਠੇਕੇ ਖੁੱਲਣ ਦੇ ਨਾਲ ਹੋਏਗਾ ਕਿ ਜਿਹੜੇ ਬਾਹਰੀ ਰਾਜਿਆਂ ਤੋਂ ਆਏ ਦੇ ਨੇ ਉਹ ਵੀ ਉੱਥੇ ਆਣ ਕੇ ਸ਼ਰਾਬਾਂ ਪੀਣਗੇ। ਨੌਜਵਾਨ ਇਸ ਪਾਸੇ ਪ੍ਰੇਰਿਤ ਹੋਣਗੇ, ਇਸ ਪਾਸੇ ਖਿੱਚੇ ਜਾਣਗੇ। ਸੋਸਾਇਟੀ ਜਿਹੜੀ ਹੈ ਉਹ ਨੌਜਵਾਨ ਨੂੰ ਇਸ ਪਾਸੇ ਖਿੱਚਦੀ ਹੈ ਬਾਲੜੀ ਉਮਰ ਦੇ ਵਿੱਚ, ਤੇ ਨੌਜਵਾਨ ਇਸ ਪਾਸੇ ਖਿੱਚੇ ਚਲੇ ਜਾਂਦੇ। ਜਦ ਕਿ ਚਾਹੀਦਾ ਇਹ ਸੀ, ਜੇ ਬਿਹਾਰ ਦੇ ਵਿੱਚ ਸਰਕਾਰ ਇਹ ਮੰਗ ਕਰ ਰਹੀ ਸੀ ਨਿਤੀਸ਼ ਕੁਮਾਰ ਦੀ ਕਿ ਸ਼ਰਾਬ ਤੇ ਮੁਕੰਮਲ ਪਾਬੰਦੀ ਲਗਾਈ ਜਾਵੇ, ਤੇ ਫਿਰ ਸਾਡੇ ਇਸ ਜੰਮੂ ਕਸ਼ਮੀਰ ਦੇ ਵਿੱਚ ਵੀ ਇਹਨਾਂ ਨਸ਼ਿਆਂ ਦੇ ਉੱਤੇ ਮੁਕੰਮਲ ਪਾਬੰਦੀ ਹੋਣੀ ਚਾਹੀਦੀ ਸੀ, ਨਾ ਕਿ 116 ਵਾਈਨ ਸ਼ਾਪ ਜਿਹੜੀਆਂ ਨੇ ਉਹ ਜੰਮੂ ਦੇ ਵਿੱਚ ਤੇ 67 ਜਿਹੜੀਆਂ ਨੇ ਉਹ ਕਸ਼ਮੀਰ ਦੇ ਵਿੱਚ ਖੋਲੀਆਂ ਜਾਣ। ਮੈਂ ਜੰਮੂ ਦੀ ਆਵਾਮ ਨੂੰ ਇਹ ਬੇਨਤੀ ਕਰਨਾ ਚਾਹਾਂਗਾ, ਭਾਵੇਂ ਕੋਈ ਹਿੰਦੂ ਵੀਰ ਹੈ, ਮੁਸਲਮਾਨ ਹੈ, ਈਸਾਈ ਵੀਰ ਹੈ, ਕੋਈ ਸਿੱਖ ਹੈ, ਮੈਂ ਸਿਰਫ ਆਪਣੇ ਧਰਮ ਦੇ ਨਹੀਂ ਸਾਰਿਆਂ ਦੀ ਗੱਲ ਕਰ ਰਿਹਾ ਕਿ ਨਸ਼ਾ ਕਿਸੇ ਦਾ ਜਾਤ, ਧਰਮ ਤੇ ਮਜ਼ਹਬ ਦੇਖ ਕੇ ਨਹੀਂ ਆਉਂਦਾ। ਨੌਜਵਾਨ ਜਦੋਂ ਕਿਸੇ ਸੁਸਾਇਟੀ ਦੇ ਵਿੱਚ ਮਾਤਾ ਪਿਤਾ ਤੋਂ, ਘਰ ਤੋਂ ਬਾਹਰ ਜਾ ਕੇ ਸੁਸਾਇਟੀ ਦੇ ਵਿੱਚ ਬੈਠਦਾ ਹੈ ਤੇ ਜਿਹੋ ਜਿਹੀ ਉਹਨੂੰ ਸੁਸਾਇਟੀ ਮਿਲਦੀ ਹੈ ਉਹ ਉਸ ਤਰੀਕੇ ਦੇ ਨਾਲ ਹੀ ਆਪਣੇ ਆਪ ਨੂੰ ਢਾਲ ਲੈਂਦਾ ਹੈ। ਇਸ ਕਰਕੇ ਜੇ ਚਾਹੁੰਦੇ ਹੋ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਸਾਡੇ ਨੌਜਵਾਨੀ ਦੇ ਵਾਸਤੇ, ਸਾਡੇ ਬੱਚਿਆਂ ਦੇ ਵਾਸਤੇ ਸੁਰੱਖਿਅਤ ਹੋਵੇ, ਤੇ ਕੇਂਦਰ ਸਰਕਾਰ ਦੇ, ਗੌਰਮੈਂਟ ਦੇ, ਭਾਜਪਾ ਸਰਕਾਰ ਦੇ ਇਸ ਫੈਸਲੇ ਦੀ ਪੁਰਜ਼ੋਰ ਵਿਰੋਧਤਾ ਕਰੋ। ਤੇ ਜਿਹੜੇ ਇੱਥੇ ਜੰਮੂ ਦੇ ਵਿੱਚ ਇਹ ਜਿਹੜੇ ਭਾਜਪਾ ਦੀ ਲੋਕਲ ਲੀਡਰਸ਼ਿਪ ਬੈਠੀ ਹੈ, ਜਿਹੜੇ ਇਹ ਗੱਲ ਕਹਿੰਦੇ ਨੇ ਮੀਂਹ ਬੈਠੇ ਦਾ ਨਾ, ਮੀਂਹ ਬੈਠੇ ਦਾ ਨਾ, ਮੈਂ ਉਹਨਾਂ ਨੂੰ ਕਿ ਤੁਹਾਡੇ ਬੈਠੇ ਦੇ ਹੀ ਤਾਂ ਸਾਰਾ ਕੁਝ ਹੋ ਗਿਆ। ਟੋਲ ਪਲਾਜ਼ੇ ਲੱਗ ਗਏ, ਨੌਜਵਾਨਾਂ ਦੀਆਂ ਨੌਕਰੀਆਂ ਦੇ ਡਾਕੇ ਵੱਜ ਰਹੇ ਨੇ। ਹੁਣ 116 ਵਾਈਨ ਸ਼ਾਪਾਂ ਜਿਹੜੀਆਂ ਨੇ ਉਹ ਖੋਲੀਆਂ ਜਾ ਰਹੀਆਂ ਨੇ। ਕੀਤਾ ਤਾਂ ਤੁਸੀਂ ਕੁਝ ਵੀ ਨਹੀਂ। ਪਰ ਯਾਦ ਰੱਖਿਓ ਕਿ ਆਪਣੀ ਸੱਤਾ ਦੀ ਲਾਲਚ ਵਿੱਚ, ਚੌਧਰਤਾ ਦੀ ਲਾਲਚ ਵਿੱਚ, ਕੁਰਸੀਆਂ ਦੀ ਲਾਲਚ ਦੇ ਵਿੱਚ ਅੱਜ ਤੁਸੀਂ ਮੂੰਹ ਨਹੀਂ ਖੁੱਲ ਰਹੇ, ਬੋਲ ਨਹੀਂ ਰਹੇ। ਪਰ ਯਾਦ ਰੱਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜਨਰੇਸ਼ਨ ਵੀ, ਤੁਹਾਡੀਆਂ ਪਨੀਰੀਆਂ ਵੀ ਇਸ ਤੋਂ ਮਹਿਫੂਜ਼ ਨਹੀਂ ਰਹਿਣਗੀਆਂ, ਇਸ ਲੱਗੀ ਹੋਈ ਚਿੰਗਾਰੀ ਤੋਂ ਬਚ ਨਹੀਂ ਸਕਣਗੀਆਂ। ਤੇ ਆਉਣ ਵਾਲਾ ਸਮਾਂ ਤੁਹਾਡੇ ਕੋਲੋਂ ਇਹ ਗੱਲ ਪੁੱਛੇਗਾ, हर एक बच्चा ਤੁਹਾਡੇ ਕੋਲੋਂ ਇਹ ਪੁੱਛੇਗਾ इतिहास कि तुम्हारे रहते लुटा चमन बागबां कैसे मानू के तुम्हारा इशारा ना था। ਤੁਸੀਂ ਆਪਣੇ ਆਪ ਨੂੰ ਜੰਮੂ ਦੇ ਹਮਦਰਦ ਕਹਿੰਦੇ ਸੋ ਤੇ ਇੱਥੇ ਲੀਡਰ ਬਣ ਕੇ ਬੈਠੇ ਸੋ, ਤਾਂ ਕੁਰਸੀਆਂ ਦੀ ਲਾਲਚ ਪਿੱਛੇ ਤੁਸੀਂ ਜੰਮੂ ਆਪਣੀ ਸਟੇਟ ਦਾ ਸੌਦਾ ਕਰ ਦਿੱਤਾ। ਜਿਸ ਸਮੇਂ ਇਹ ਦੁਕਾਨਾਂ ਖੋਲਣ ਦਾ ਹੁਕਮ ਸੁਣਾਇਆ ਗਿਆ, ਤੁਸੀਂ ਕਿਉਂ ਨਹੀਂ ਇਸ ਦੀ ਵਿਰੋਧਤਾ ਕੀਤੀ? ਕਿਉਂ ਨਹੀਂ ਕੇਂਦਰ ਸਰਕਾਰ ਦੇ ਗਲਤ ਨੀਤੀਆਂ ਤੇ ਫੈਸਲਿਆਂ ਦੇ ਖਿਲਾਫ ਤੁਸੀਂ ਆਵਾਜ਼ ਚੁੱਕੀ? सरकार बनने तो पहले मोदी साहब कहते सबका साथ सबका विकास। बहुत हुई डीजल पेट्रोल की मां, अब की बार मोदी सरकार।
ਤੇ ਹੁਣ ਕਿੱਥੇ ਹੈ ਡੀਜ਼ਲ ਤੇ ਪੈਟਰੋਲ? ਦਿੱਲੀ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਡੀਜ਼ਲ ਪੈਟਰੋਲ ਤੋਂ ਵੀ ਜ਼ਿਆਦਾ ਮਹਿੰਗਾ ਹੋ ਗਿਆ। ਮੇਰੇ ਖਿਆਲ 70 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ। ਇਹ ਤਾਂ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਵਰਲਡ ਕੱਪ ਫਾਈਨਲ ਦੇ ਵਿੱਚ ਬੰਗਲਾਦੇਸ਼ ਇੰਡੀਆ ਨੂੰ ਹਰਾ ਦੇ, ਤੇ ਸ਼ਾਇਦ ਡੀਜ਼ਲ ਪਛੜਿਆ ਹੋਇਆ ਸੀ ਤੇ ਉਸਨੇ ਵੀ ਇਹ ਵਰਲਡ ਕੱਪ ਜਿੱਤ ਲਿਆ। ਪਹਿਲੀ ਵਾਰ ਉਹ ਪੈਟਰੋਲ ਤੋਂ ਜ਼ਿਆਦਾ ਮਹਿੰਗਾ ਹੋ ਗਿਆ। 400 ਦੇ ਕੀਮਤ ਵਿੱਚ ਮਿਲਣ ਵਾਲਾ ਸਿਲੰਡਰ ਅੱਜ ਕਿਤਨੇ ਦਾ ਮਿਲ ਰਿਹਾ? ਅੱਜ ਮਹਿੰਗਾਈ ਕਿੱਥੇ ਜਾ ਰਹੀ ਹੈ? ਕਿਉਂ ਨਹੀਂ ਇਸ ਪਾਸੇ ਤੁਸੀਂ ਬੋਲਦੇ? ਮੇਰੀ ਇਹ ਗੁਜ਼ਾਰਿਸ਼ ਹੈ ਜੰਮੂ ਵਾਸੀਆਂ ਦੇ ਨਾਲ ਕਿ ਗਲਤ ਨੀਤੀਆਂ ਦੇ ਖਿਲਾਫ ਬੋਲੋ, ਆਵਾਜ਼ ਚੁੱਕੋ। ਜੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਤੁਸੀਂ ਆਤਮ ਨਿਰਭਰ ਬੱਚਿਆਂ ਨੂੰ ਬਣਾਉਣਾ ਹੈ, ਜੇ ਉਹਨਾਂ ਦਾ ਭਵਿੱਖ ਜਿਹੜਾ ਹੈ, ਫਿਊਚਰ ਜਿਹੜਾ ਹੈ ਉਹ ਤੁਸੀਂ ਸੇਫ ਚਾਹੁੰਦੇ ਹੋ, ਸੁਰੱਖਿਅਤ ਚਾਹੁੰਦੇ ਹੋ, ਆਵਾਜ਼ ਚੁੱਕਿਆ ਕਰੋ, ਬੋਲਿਆ ਕਰੋ। ਗਲਤ ਨੀਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਿਆ ਕਰੋ। ਜਿਤਨੀ ਦੇਰ ਤੱਕ ਬੋਲੋਗੇ ਨਹੀਂ, ਇਸ ਉਹ ਬਹਿਰੀ ਹੋਈ ਸਰਕਾਰ ਦੇ ਕੰਨਾਂ ਤੋਂ ਜੂ ਤੱਕ ਨਹੀਂ ਸਰਕੇਗੀ। ਸਾਨੂੰ ਬੋਲਣਾ ਪਏਗਾ, ਆਵਾਜ਼ ਬੁਲੰਦ ਕਰਨੀ ਪਏਗੀ। ਅੱਜ ਅਗਰ ਵਾਈਨ ਸ਼ਾਪ 116 ਜੰਮੂ ਦੇ ਵਿੱਚ ਖੁੱਲ ਗਈਆਂ, ਜਿਹੜੇ ਏਰੀਏ ਉਹਨਾਂ ਨੇ ਦੱਸੇ ਨੇ, ਜਿਨ੍ਹਾਂ ਦੇ ਵਿੱਚ ਇੱਕ ਮੇਰਾ ਇਲਾਕਾ ਪ੍ਰੀਤਨਗਰ ਦੇ ਵਿੱਚ ਵੀ ਹੈ, ਲੇਕਿਨ ਜਦੋਂ ਇੱਥੇ ਵਾਈਨ ਸ਼ਾਪ ਖੁੱਲੇਗੀ ਮੈਂ ਪਬਲਿਕ ਨੂੰ ਇਕੱਠਾ ਕਰਕੇ ਇਸ ਦਾ ਵਿਰੋਧ ਕਰਾਂਗਾ, ਨਹੀਂ ਖੁੱਲਣ ਦਿਆਂਗਾ। ਸੁਣਨ ਵਿੱਚ ਆਇਆ ਹੈ ਕਿ ਜੰਮੂ ਹਾਈ ਕੋਰਟ ਦੇ ਵਿੱਚ ਕਿਸੇ ਨੇ PIL ਵੀ ਕੀਤੀ ਹੈ ਇਹ 116 ਵਾਈਨ ਸ਼ਾਪ ਨੂੰ ਲੈ ਕੇ ਤੇ 67 ਸ੍ਰੀਨਗਰ ਨੂੰ ਲੈ ਕੇ। ਮੁਬਾਰਕ ਦੇ ਪਾਤਰ ਨੇ ਉਹ ਲੋਕ। ਤੇ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ, ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਨਸ਼ਾ ਕਿਸੇ ਵੀ ਜੁਰਮ ਕ੍ਰਾਈਮ ਦਾ ਜਨਮਦਾਤਾ ਹੁੰਦਾ ਹੈ। ਗੁਰਬਾਣੀ ਵਿੱਚ ਗੁਰੂ ਸਾਹਿਬ ਇਹ ਗੱਲ ਕਹਿੰਦੇ ਨੇ, ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਜਦੋਂ ਇਹ ਨਸ਼ਾ ਅੰਦਰ ਜਾਂਦਾ, ਸ਼ਰਾਬ ਅੰਦਰ ਜਾਂਦੀ ਹੈ, ਉਦੋਂ ਮਨੁੱਖ ਨੂੰ ਆਪਣੇ ਤੇ ਪਰਾਏ ਦੀ, ਚੰਗੇ ਤੇ ਮਾੜੇ ਦੀ ਪਹਿਚਾਣ ਕੋਈ ਨਹੀਂ ਰਹਿੰਦੀ, ਸਮਝ ਕੋਈ ਨਹੀਂ ਰਹਿੰਦੀ, ਮੈਂ ਚੰਗਾ ਕਰ ਰਿਹਾ ਜਾਂ ਮਾੜਾ ਕਰ ਰਿਹਾ। ਜਿਹਦੀ ਉਦਾਹਰਨ ਮੈਂ ਆਪ ਜੀ ਦੇ ਸਾਹਮਣੇ ਰੱਖੀ ਹੈ। ਦਿੱਲੀ ਦੇ ਵਿੱਚ ਨਿਰਭਇਆ ਕੇਸ, ਇੱਕ ਹੋਰ ਸਟੇਟ ਦੇ ਵਿੱਚ ਪ੍ਰਿਯੰਕਾ ਰੈਡੀ ਜਿਹੜੀ ਡਾਕਟਰ ਸੀ, ਉਸ ਦੇ ਨਾਲ ਜੋ ਬਲਾਤਕਾਰ ਤੇ ਉਸਦੀ ਹੱਤਿਆ ਕੀਤੀ ਗਈ, ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਹੀ ਹੋਇਆ। ਸ਼ੁਰੂਆਤ ਸ਼ਰਾਬ ਤੋਂ ਹੁੰਦੀ ਹੈ ਤੇ ਫਿਰ ਇਸ ਤੋਂ ਅੱਗੇ ਜਦੋਂ ਮਨੁੱਖ ਇਸ ਦਾ ਆਦੀ ਬਣ ਜਾਂਦਾ, ਫਿਰ ਇਸ ਤੋਂ ਅੱਗੇ ਵੱਧਦਾ ਹੈ ਨਸ਼ੇ ਵਾਲੇ ਪਾਸੇ, ਭੁੱਕੀ, ਅਫੀਮ, ਚਿੱਟਾ। ਔਰ ਸਰਕਾਰਾਂ ਅਗਰ ਇਮਾਨਦਾਰੀ ਨਾਲ ਕੰਮ ਕਰਨ, ਐਡਮਿਨਿਸਟ੍ਰੇਸ਼ਨ ਇਮਾਨਦਾਰੀ ਨਾਲ ਕੰਮ ਕਰੇ, ਤੇ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਨਸ਼ੇ ਨੂੰ ਖਤਮ ਕਰਨਾ। ਸਿਰਫ 24 ਘੰਟੇ ਦੇ ਵਿੱਚ ਇਹ ਸਰਕਾਰਾਂ ਖਤਮ ਕਰ ਸਕਦੀਆਂ ਨੇ, ਪਰ ਸਰਕਾਰਾਂ ਦੀ ਨੀਅਤ ਦੇ ਉੱਤੇ ਸਵਾਲ ਖੜੇ ਹੁੰਦੇ ਨੇ। ਇਸ ਕਰਕੇ ਮੇਰੀ ਜੰਮੂ ਵਾਸੀਆਂ ਦੇ ਪ੍ਰਤੀ ਇਹ ਮੈਂ ਲਾਈਵ ਆਉਣ ਦਾ ਇਹੀ ਕਾਰਨ ਸੀ ਕਿ ਮੈਂ 2-4 ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਸਨ। ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ 183 ਵਾਈਨ ਸ਼ਾਪ ਜਿਹੜੀਆਂ ਨੇ ਉਹ ਖੋਲੀਆਂ ਜਾ ਰਹੀਆਂ ਨੇ, ਇਹਨਾਂ ਦਾ ਡਟ ਕੇ ਵਿਰੋਧ ਕਰੋ, ਆਵਾਜ਼ ਉਠਾਓ, ਤਾਂ ਕਿ ਆਉਣ ਵਾਲੇ ਵਕਤ ਦੇ ਵਿੱਚ ਅਸੀਂ ਆਪਣੇ ਜੰਮੂ ਕਸ਼ਮੀਰ, ਜੋ ਕਿ ਤਕਰੀਬਨ ਇੱਥੇ ਜਿਹੜਾ ਕ੍ਰਾਈਮ ਹੈ ਉਹ ਨਾ ਮਾਤਰ ਹੈ, ਬਹੁਤ ਘੱਟ ਹੈ ਬਾਹਰੀ ਰਾਜਿਆਂ ਦੇ ਮੁਕਾਬਲੇ ਦੇ ਵਿੱਚ। ਅਸੀਂ ਦੇਖਦੇ ਹਾਂ, ਜੋ ਖਬਰਾਂ ਪੜ੍ਹਦੇ ਹਾਂ, ਸੁਣਦੇ ਹਾਂ ਸੋਸ਼ਲ ਮੀਡੀਆ ਦੇ ਵਿੱਚ, ਅਖਬਾਰਾਂ ਵਿੱਚ, ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਨਿਊਜ਼ ਚੈਨਲਾਂ ਦੇ ਵਿੱਚ, ਉਸ ਦੇ ਮੁਕਾਬਲੇ ਸਾਨੂੰ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਘੱਟ ਲੱਗਦਾ ਹੈ। ਤੇ ਜੇ ਇਹ ਵਾਈਨ ਸ਼ਾਪਾਂ ਹੋਰ ਖੁੱਲ੍ਹਦੀਆਂ ਨੇ, ਨਸ਼ਾ ਹੋਰ ਪਨਪਦਾ ਹੈ, ਤੇ ਉਸ ਦੇ ਨਾਲ ਫਿਰ ਇਹ ਹੋਏਗਾ ਕਿ ਕ੍ਰਾਈਮ ਵੀ ਵਧੇਗਾ। ਆਉਣ ਵਾਲਾ ਵਕਤ ਸਾਡੇ ਵਾਸਤੇ ਵੀ ਫਿਰ ਸੁਰੱਖਿਅਤ ਨਹੀਂ ਬਚੇਗਾ। ਇਸ ਵਾਸਤੇ ਪੂਰੇ ਜੰਮੂ ਵਾਸੀਆਂ ਦੇ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਦੇ ਪ੍ਰਤੀ ਕਿ ਇੱਥੇ ਗੱਲ ਕੇਵਲ ਸਾਡੀ ਸਿੱਖਾਂ ਦੀ ਨਹੀਂ, ਜਾਂ ਮੁਸਲਮਾਨ ਵੀਰਾਂ ਦੀ ਨਹੀਂ, ਈਸਾਈਆਂ ਦੀ ਨਹੀਂ, ਹਿੰਦੂ ਵੀਰਾਂ ਦੀ ਨਹੀਂ, ਹਰ ਸਮਾਜ, ਹਰ ਵਰਗ, ਹਰ ਤਬਕੇ ਦੇ ਲੋਕਾਂ ਦੇ ਨਾਲ ਸੰਬੰਧਿਤ ਹੈ। ਬੱਚਿਆਂ ਦਾ ਭਵਿੱਖ, ਹਰ ਮਾਂ-ਬਾਪ ਜਿਹੜੇ ਨੇ ਉਹ ਫਿਊਚਰ ਜਿਹੜਾ ਉਹ ਸੇਫ ਚਾਹੁੰਦੇ ਨੇ, ਸੁਰੱਖਿਅਤ ਚਾਹੁੰਦੇ ਨੇ। ਭਾਵੇਂ ਉਹ ਨੌਕਰੀਆਂ ਦਾ ਪੱਖ ਹੋਵੇ, ਹੱਕ ਦਿਲਾਉਣ ਦੀ ਗੱਲ ਹੋਵੇ, ਭਾਵੇਂ ਨਸ਼ਿਆਂ ਦੀ ਗੱਲ ਹੋਵੇ, ਭਾਵੇਂ ਕੋਈ ਬਿਜ਼ਨਸ ਨੂੰ ਰਿਲੇਟਡ ਗੱਲ ਹੋਵੇ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਵਾਜ਼ ਚੁੱਕਣੀ ਚਾਹੀਦੀ ਹੈ, ਗਲਤ ਨੀਤੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ। ਤੇ ਜੇ ਨਹੀਂ ਕਰਾਂਗੇ ਤੇ ਫਿਰ ਆਉਣ ਵਾਲਾ ਵਕਤ ਜਿਹੜਾ ਹੈ ਉਹ ਸਾਡੇ ਵਾਸਤੇ ਮਾੜਾ ਹੋਏਗਾ। ਜੇ ਮੈਂ ਇਤਨੇ ਕੋ ਬੇਨਤੀ ਸਾਰਿਆਂ ਨੂੰ ਕਰਦਾ ਹੋਇਆ, ਆਓ ਇਹਨਾਂ ਗਲਤ ਨੀਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰੀਏ। ਤੇ ਇਹ ਜਿਹੜੇ ਸਾਡੇ ਇੱਥੋਂ ਦੇ ਸਿਆਸਤਦਾਨ, ਜਿਹੜੇ ਲੋਕਲ ਸਿਆਸਤਦਾਨ ਬੈਠੇ ਨੇ, ਇਹਨਾਂ ਨੂੰ ਸਵਾਲ ਪੁੱਛੀਏ ਕਿ ਤੁਸੀਂ ਇਹ ਗੱਲ ਕਹਿੰਦੇ ਸੋ ਕਿ ਅਸੀਂ ਬੈਠੇ ਹਾਂ, ਸਾਡੇ ਹੁੰਦਿਆਂ ਕੁਝ ਨਹੀਂ ਹੋ ਸਕਦਾ।
ਅੱਜ ਤੁਹਾਡੇ ਬੈਠਿਆਂ ਹੀ ਸਾਰਾ ਕੁਝ ਹੋ ਰਿਹਾ ਹੈ ਤੇ ਤੁਸੀਂ ਸੁੱਤੇ ਹੋਏ ਕੀ ਕਰ ਰਹੇ ਹੋ। ਇਹਨਾਂ ਨੂੰ ਸਵਾਲ ਪੁੱਛੋ ਤਾਂ ਕਿ ਇਹ ਜਾਗ ਸਕਣ। ਇਹ ਸੁੱਤੇ ਹੋਏ ਨੇ, ਇਹ ਜਾਗਣ, ਆਪਣੀ ਜਿਹੜੇ ਕੁਰਸੀਆਂ ਦੀ ਲਾਲਚ ਦੇ ਪਿੱਛੇ ਇਹ ਮੂੰਹ ਬੰਦ ਕਰਕੇ ਬੈਠੇ ਨੇ, ਇਹ ਬੋਲਣ, ਇਹਨਾਂ ਨੂੰ ਜਗਾਓ। ਜੇ ਫਿਰ ਵੀ ਇਹ ਨਹੀਂ ਜਾਗਦੇ, ਇਹ ਜੰਮੂ ਦੇ ਹਕੂਕਾਂ ਦੀ ਗੱਲ ਨਹੀਂ ਕਰਦੇ, ਤੇ ਫਿਰ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਸਬਕ ਸਿਖਾਓ ਤਾਂ ਕਿ ਇਹਨਾਂ ਨੂੰ ਪਤਾ ਚੱਲ ਸਕੇ ਕਿ ਜੰਮੂ ਦੀ ਜਨਤਾ ਦੀ ਤਾਕਤ ਕੀ ਹੈ। ਇਤਨੇ ਕੋ ਅਲਫਾਜ਼ਾਂ ਦੇ ਨਾਲ ਆਪ ਜੀ ਤੋਂ ਖਿਮਾ ਮੰਗਦਾ। ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।